ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗਿਆਨੀ ਜੈਲ ਸਿੰਘ ਦਾ ਮਾਮਲਾ ਦੇ ਬਾਰੇ ਵਿਚਾਰ ਸਾਂਝੇ ਕਰਾਂਗੇ। ਸਿੱਖ ਸਾਹਿਬਾਨ ਦੁਆਰਾ ਗਿਆਨੀ ਜੈਲ ਸਿੰਘ ਨੂੰ ਮਾਫ ਕਰ ਦਿੱਤੇ ਜਾਣ ਦੇ ਫੈਸਲੇ ਦਾ ਸਿੱਖ ਜਗਤ ਅੰਦਰੋਂ ਭਾਰੀ ਵਿਰੋਧ ਹੋਇਆ। ਇਹ ਵਿਰੋਧ ਇੰਨਾ ਤਿੱਖਾ ਤੇ ਵਿਆਪਕ ਸੀ ਕਿ ਸਿੰਘ ਸਾਹਿਬਾਨ ਲਈ ਇਸ ਮਾਮਲੇ ਤੇ ਸਿੱਖ ਸੰਗਤ ਦੇ ਤੀਰਾਂ ਵਰਗੇ ਤੇਜ਼ ਧਾਰ ਸਵਾਲਾਂ ਦਾ ਸਾਹਮਣਾ ਕਰ ਸਕਣਾ ਮੁਸ਼ਕਿਲ ਹੋ ਗਿਆ ਸੀ। ਅਸਲ ਵਿੱਚ ਸਿੱਖਾਂ ਦੇ ਮਨਾਂ ਅੰਦਰ ਗਿਆਨੀ ਜੈਲ ਸਿੰਘ ਪ੍ਰਤੀ ਨਾਰਾਜ਼ਗੀ ਤੇ ਨਫ਼ਰਤ ਇੰਨੀ ਜ਼ਿਆਦਾ ਸੀ ਕਿ ਉਹ ਉਸ ਨੂੰ ਬਿਨਾਂ ਸਜ਼ਾ ਦਿੱਤੇ ਬਖਸ਼ ਦੇਣ ਦੇ ਉੱਕਾ ਹੀ ਪੱਖ ਵਿੱਚ ਨਹੀਂ ਸੀ। ਫਿਰ ਜਿਸ ਇਤਰਾਜ਼ਯੋਗ ਤਰੀਕੇ ਨਾਲ ਉਸ ਨੂੰ ਬਖਸ਼ਿਆ ਗਿਆ, ਉਸ ਨਾਲ ਸਿੱਖ ਸੰਗਤਾਂ ਨੂੰ ਹੋਰ ਦੂਣਾ ਰੋਹ ਚੜ੍ਹ ਗਿਆ ਸੀ। ਗਿਆਨੀ ਜੈਲ ਸਿੰਘ ਪ੍ਰਤੀ ਸਿੱਖਾਂ ਦੇ ਗੁੱਸੇ ਦਾ ਹਾਲ ਇਹ ਸੀ ਕਿ ਇਸ ਦਾ ਵਰਣਨ ਕਰਨ ਲਈ ਸਰਦਾਰ ਖੁਸ਼ਵੰਤ ਸਿੰਘ ਵਰਗੇ ਤਹਿਜੀਬ ਯਾਫਤਾ ਵਿਅਕਤੀ ਨੂੰ ਵੀ ਖਰਵੀ ਭਾਸ਼ਾ ਵਰਤਣੀ ਪਈ। ਉਸ ਨੇ ਲਿਖਿਆ ਕਿ ਉਸ ਵੇਲੇ ਜਿੰਨੀ ਗਾਲ ਮੈਂ ਗਿਆਨੀ ਬਾਰੇ ਸੁਣੀ, ਉਨੀ ਮੈਂ ਨਾ ਕਦੇ ਸੁਣੀ ਤੇ ਨਾ ਜਾਣੀ ਹੈ। ਸਿੱਖ ਜਗਤ ਦਾ ਇਹ ਗੁੱਸਾ ਕਿਸੇ ਇਕੱਲੇ ਗਹਿਰੇ ਕਾਰਨ ਜਾਂ ਕਰਮ ਦੀ ਪੈਦਾਇਸ਼ ਨਹੀਂ ਸੀ। ਇਸ ਦੇ ਪਿੱਛੇ ਕਈ ਸਾਰੇ ਕਾਰਨ ਕੰਮ ਕਰਦੇ ਸਨ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਵਿੱਚ ਭਾਈਵਾਲ ਬਣਿਆ ਹਰ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਵਿੱਚ ਗੁਨਾਹਗਾਰ ਸੀ। ਜਿੰਨਾ ਵੱਡਾ ਉਸ ਦਾ ਅਹੁਦਾ ਸੀ, ਉਨਾ ਹੀ ਉਹ ਵੱਡਾ ਗੁਨਾਹਗਾਰ ਸੀ। ਗਿਆਨੀ ਜੈਲ ਸਿੰਘ ਕਿਉਂਕਿ ਸਭ ਨਾਲੋਂ ਵੱਡੀ ਪਦਵੀ ਉੱਤੇ ਬੈਠਾ ਹੋਇਆ ਸੀ, ਇਸ ਕਰਕੇ ਉਸ ਦਾ ਗੁਨਾਹ ਵੀ ਸਭ ਨਾਲੋਂ ਵੱਡਾ ਸੀ। ਇਸ ਦੇ ਨਾਲ ਜੁੜਵਾਂ ਇੱਕ ਹੋਰ ਕਾਰਨ ਇਹ ਵੀ ਸੀ ਕਿ ਉਸ ਨੇ ਇਹ ਅਹੁਦਾ ਜਿਹੜੇ ਲੱਛਣੀ ਹਾਸਲ ਕੀਤਾ ਸੀ, ਉਸ ਨਾਲ ਸਿੱਖ ਕੌਮ ਦਾ ਗੌਰਵ ਵਧਣ ਦੀ ਬਜਾਏ ਉਸ ਦੀ ਸ਼ਾਨ ਨੂੰ ਵੱਟਾ ਲੱਗਣ ਵਾਲੀ ਗੱਲ ਹੋਈ ਸੀ। ਇਹ ਸੱਚਾਈ ਕਿਸੇ ਤੋਂ ਵੀ ਛੁਪੀ ਹੋਈ ਨਹੀਂ ਸੀ ਕਿ ਇੰਦਰਾ ਗਾਂਧੀ ਨੇ ਗਿਆਨੀ ਜੈਲ ਸਿੰਘ ਨੂੰ ਇਹ ਮਾਣ ਉਸ ਦੇ ਕਿਸੇ ਹਾਦਰੂ ਗੁਣ ਜਾਂ ਲਿਆਕਤ ਨੂੰ ਮੁੱਖ ਰੱਖ ਕੇ ਨਹੀਂ ਦਿੱਤਾ ਸੀ। ਇਹ ਪੂਰਤੀ ਗਿਆਨੀ ਜੀ ਨੇ ਇੰਦਰਾ ਗਾਂਧੀ ਪ੍ਰਤੀ ਆਪਣੀ ਬੇਹੱਦ ਨੀਵੇਂ ਦਰਜੇ ਦੀ ਚਾਪਲੂਸ ਬਿਰਤੀ ਅਤੇ ਪੂਰਨ ਅਧੀਨਗੀ ਤੇ ਵਫਾਦਾਰੀ ਵਰਗੇ ਗੁਣਾਂ ਦੀ ਬਦੌਲਤ ਹਾਸਲ ਕੀਤੀ ਸੀ। ਸਿੱਖਾਂ ਨੂੰ ਉਹ ਦ੍ਰਿਸ਼ ਭੁੱਲਿਆ ਨਹੀਂ ਸੀ ਜਦ 1980 ਵਿੱਚ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਅੰਦਰ ਕੇਂਦਰੀ ਮੰਤਰੀ ਦਾ ਹਲਫ ਲੈਣ ਤੋਂ ਬਾਅਦ ਉਸ ਨੇ ਸਾਰਿਆਂ ਦੇ ਸਾਹਮਣੇ ਸ਼ਰਮਨਾਕ ਢੰਗ ਨਾਲ ਝੁਕ ਕੇ ਸੰਜੇ ਗਾਂਧੀ ਦੇ ਪੈਰ ਜਾ ਛੂਹੇ ਸਨ। ਮਾਰਚ 1982 ਵਿੱਚ ਕੇਂਦਰੀ ਗ੍ਰਹਿ ਮੰਤਰੀ ਹੁੰਦਿਆਂ ਉਸ ਨੇ ਸੰਜੇ ਗਾਂਧੀ ਨੂੰ ਆਪਣਾ ਰਾਹਨੁਮਾ ਕਹਿ ਕੇ ਆਪਣੇ ਛੋਟੇਪਣ ਦਾ ਭੱਦਾ ਮੁਜ਼ਾਹਰਾ ਕੀਤਾ ਸੀ। ਜੁਲਾਈ 1982 ਵਿੱਚ ਜਦ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਗਿਆਨੀ ਜੀ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਤਾਂ ਇਸ ਬਾਰੇ ਪੱਤਰਕਾਰਾਂ ਦੇ ਸਨਮੁਖ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਉਸ ਨੇ ਇਹ ਲਫ਼ਜ਼ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਜੇਕਰ ਮੇਰੀ ਲੀਡਰ ਮੈਨੂੰ ਇਹ ਹੁਕਮ ਦਿੰਦੀ ਕਿ ਝਾੜੂ ਚੁੱਕ ਕੇ ਸਫਾਈਆਂ ਕਰਨ ਜੁਟ ਜਾ ਤਾਂ ਮੈਂ ਝੱਟ ਜੁਟ ਜਾਣਾ ਸੀ। ਹੁਣ ਤਾਂ ਉਸ ਨੇ ਮੈਨੂੰ ਰਾਸ਼ਟਰਪਤੀ ਬਣਨ ਲਈ ਚੁਣਿਆ ਹੈ। 31 ਮਾਰਚ 1983 ਨੂੰ ਦੇਸ਼ ਦਾ ਰਾਸ਼ਟਰਪਤੀ ਹੁੰਦਿਆਂ ਉਸ ਨੇ ਇੰਦਰਾ ਗਾਂਧੀ ਦਾ ਜਸ ਗਾਨ ਕਰਦਿਆਂ ਉਸ ਨੂੰ ਦੇਸ਼ ਨੂੰ ਬਖਸ਼ੀ ਪਰਮਾਤਮਾ ਦੀ ਸੁਗਾਤ ਕਹਿ ਕੇ ਨਿਵਾਜਿਆ ਸੀ। ਗਿਆਨੀ ਜੀ ਦੀਆਂ ਅਜਿਹੀਆਂ ਗੱਲਾਂ ਤੇ ਹਰਕਤਾਂ ਨਾਲ ਸਿੱਖਾਂ ਦੀ ਸਵੈ ਸਨਮਾਨ ਦੀ ਭਾਵਨਾ ਲਗਾਤਾਰ ਜ਼ਖਮੀ ਹੁੰਦੀ ਆ ਰਹੀ ਸੀ ਅਤੇ ਉਹਨਾਂ ਦੇ ਮਨਾਂ ਅੰਦਰ ਉਸ ਦੇ ਪ੍ਰਤੀ ਤਿਰਸਕਾਰ ਦਾ ਭਾਵ ਲਗਾਤਾਰ ਵੱਧਦਾ ਚਲਾ ਗਿਆ ਸੀ। ਉਸ ਦੀ ਅਕਾਲੀਆਂ ਪ੍ਰਤੀ ਸ਼ਰੀਕੇ ਤੇ ਵੈਰ ਦੀ ਭਾਵਨਾ ਅਤੇ ਇਸ ਤੋਂ ਨਿਕਲੇ ਉਸ ਦੇ ਤੁੱਛ ਅਮਲਾਂ ਨੇ ਉਸ ਪ੍ਰਤੀ ਸਿੱਖਾਂ ਦੇ ਇਸ ਭਾਵ ਨੂੰ ਹੋਰ ਪਾਣ ਚਾੜ ਦਿੱਤੀ ਸੀ, ਜੋ ਦਰਬਾਰ ਸਾਹਿਬ ਉੱਤੇ ਹਮਲੇ ਉਪਰੰਤ ਗਿਆਨੀ ਜੈਲ ਸਿੰਘ ਦੇ ਵਿਰੁੱਧ ਸਿੱਖ ਜਗਤ ਅੰਦਰ ਪ੍ਰਗਟ ਹੋਇਆ ਗੁੱਸਾ ਨਿਰੋਲ ਇੱਕੋ ਦਿਨ ਜਾਂ ਇੱਕੋ ਘਟਨਾ ਦੀ ਉਪਜ ਨਹੀਂ ਸੀ। ਇਸ ਦੇ ਪਿਛੋਕੜ ਵਿੱਚ ਘਟਨਾਵਾਂ ਦਾ ਇੱਕ ਲੰਮਾ ਸਿਲਸਿਲਾ ਕੰਮ ਕਰਦਾ ਸੀ। ਹਮਲੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਰਾਗੀ ਸਿੰਘਾਂ ਵੱਲੋਂ ਭਾਰੀ ਗੁਰਦਾਸ ਜੀ ਦੀ ਵਾਰ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਦਾ ਕੀਰਤਨ ਵਾਰ-ਵਾਰ ਦੁਹਰਾ ਕੇ ਕਰਨ ਦਾ ਮਕਸਦ ਜ਼ਾਹਰਾ ਤੌਰ ਤੇ ਗਿਆਨੀ ਜੈਲ ਸਿੰਘ ਦੀ ਫਿਤਰਤ ਅਤੇ ਮਾਨਸਿਕਤਾ ਉੱਤੇ ਕਰਾਰੀ ਚੋਟ ਕਰਨਾ ਸੀ। ਗਿਆਨੀ ਜੈਲ ਸਿੰਘ ਦੇ ਮਾਮਲੇ ਵਿੱਚ ਸਿੰਘ ਸਾਹਿਬਾਨ ਅਤੇ ਆਮ ਸਿੱਖ ਸੰਗਤਾਂ ਦੀ ਸਮਝ ਵਿੱਚ ਪ੍ਰਗਟ ਹੋਏ ਇੰਨੇ ਵੱਡੇ ਪਾੜੇ ਦੀ ਮੁੱਖ ਵਜ੍ਹਾ ਇਹ ਸੀ ਕਿ ਸਿੰਘ ਸਾਹਿਬਾਨ ਸਾਰੇ ਮਾਮਲੇ ਨੂੰ ਨਿਰੋਲ ਟੈਕਨੀਕਲ ਅਰਥਾਂ ਵਿੱਚ ਲੈ ਰਹੇ ਸਨ, ਜਦੋਂ ਕਿ ਸਿੱਖ ਸੰਗਤਾਂ ਤਕਨੀਕੀ ਵਿਸਥਾਰ ਵਿੱਚ ਨਾ ਜਾ ਕੇ ਮਸਲੇ ਨੂੰ ਅਸਲੀ ਭਾਵ ਦੇ ਪੱਧਰ ਤੇ ਲੈ ਰਹੀਆਂ ਸਨ। ਮਿਸਾਲ ਵਜੋਂ ਤਕਨੀਕੀ ਅਰਥਾਂ ਵਿੱਚ ਲਿਆ ਇਹ ਗੱਲ ਸਹੀ ਹੋ ਸਕਦੀ ਹੈ ਕਿ ਦਰਬਾਰ ਸਾਹਿਬ ਉੱਤੇ ਹਮਲਾ ਗਿਆਨੀ ਜੈਲ ਸਿੰਘ ਦੇ ਸਿੱਧੇ ਹੁਕਮਾਂ ਨਾਲ ਨਹੀਂ ਹੋਇਆ,
ਪਰ ਸਿੱਖ ਸੰਗਤਾਂ ਦੀ ਨਾਰਾਜ਼ਗੀ ਦਾ ਆਧਾਰ ਸਿਰਫ ਇੰਨੀ ਗੱਲ ਨਹੀਂ ਬਣੀ ਸੀ। ਗਿਆਨੀ ਜੈਲ ਸਿੰਘ ਉੱਤੇ ਉਹਨਾਂ ਨੂੰ ਅਸਲੀ ਗੁੱਸਾ ਇਸ ਗੱਲ ਦਾ ਸੀ ਕਿ ਦੇਸ਼ ਦੀ ਸਭ ਤੋਂ ਉੱਚੀ ਪਦਵੀ ਉੱਤੇ ਬੈਠੇ ਹੋਣ ਦੇ ਬਾਵਜੂਦ ਉਹ ਸੰਕਟ ਦੀ ਉਸ ਘੜੀ ਅੰਦਰ ਸਿੱਖ ਕੌਮ ਦੀ ਧੇਲੇ ਦੀ ਮਦਦ ਨਹੀਂ ਕਰ ਸਕਿਆ ਸੀ। ਭਾਰਤੀ ਫੌਜ ਦਾ ਚੀਫ ਕਮਾਂਡਰ ਹੋਣ ਦੇ ਬਾਵਜੂਦ ਉਹ ਨਾ ਤਾਂ ਫੌਜ ਨੂੰ ਇਹ ਪਾਪ ਕਰਨ ਤੋਂ ਵਰਜ ਸਕਿਆ ਸੀ ਅਤੇ ਨਾ ਆਪਣੇ ਵੱਲੋਂ ਇਸ ਵਿਰੁੱਧ ਕੋਈ ਅਸਰਦਾਰ ਤੇ ਤਾਕਤਵਰ ਰੋਸ ਹੀ ਪ੍ਰਗਟਾ ਸਕਿਆ ਸੀ। ਤਕਨੀਕੀ ਪੱਖ ਤੋਂ ਗਿਆਨੀ ਜੈਲ ਸਿੰਘ ਦੇ ਸੂਬਾ ਚਿੰਤਕਾਂ ਦੀ ਇਹ ਦਲੀਲ ਦਰੁਸਤ ਹੋ ਸਕਦੀ ਹੈ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੇ ਆਪਣੇ ਫੈਸਲੇ ਤੇ ਯੋਜਨਾ ਬਾਰੇ ਗਿਆਨੀ ਜੀ ਕੋਲੋਂ ਪਰਦਾ ਬਣਾਈ ਰੱਖਿਆ ਸੀ, ਪਰ ਉਹਨਾਂ ਦੁਆਰਾ ਧੁਮਾਈ ਗਈ ਇਹ ਗੱਲ ਬਿਲਕੁਲ ਝੂਠੀ ਹੈ ਕਿ ਉਸ ਨੂੰ ਇਸ ਹਮਲੇ ਦੀ ਉੱਕਾ ਹੀ ਕੋਈ ਉਮੀਦ ਜਾਂ ਸੂਹ ਨਹੀਂ ਸੀ। ਰਾਸ਼ਟਰਪਤੀ ਬਾਹਰੀ ਸੰਸਾਰ ਨਾਲੋਂ ਪੂਰਨ ਰੂਪ ਵਿੱਚ ਟੁੱਟਿਆ ਹੋਇਆ ਨਹੀਂ ਸੀ। ਇਸ ਤਰ੍ਹਾਂ ਵਿਚਰਨਾ ਗਿਆਨੀ ਜੀ ਦੀ ਫਿਤਰਤ ਵਿੱਚ ਨਹੀਂ ਸੀ। ਉਹ ਆਪਣੇ ਸੂਤਰਾਂ ਰਾਹੀਂ ਸਰਕਾਰ ਦੀਆਂ ਅੰਦਰਲੀਆਂ ਗੱਲਾਂ ਦੀ ਪੂਰੀ ਵਿੜਕ ਰੱਖਦਾ ਸੀ। ਸਿੱਖਾਂ ਨੇ ਅਕਾਲੀਆਂ ਦੇ ਮਾਮਲੇ 'ਚ ਤਾਂ ਖਾਸ ਕਰਕੇ ਹੀ, ਨਾਲੇ ਉਸ ਨੇ ਜਿਸ ਆਰਡੀਨੈਂਸ ਉੱਤੇ 3 ਜੂਨ ਦੀ ਰਾਤ ਨੂੰ ਦੇਰ ਗਏ ਦਸਤਖਤ ਕੀਤੇ, ਉਸ ਵਿੱਚ ਇਹ ਗੱਲ ਸਾਫ਼ ਰੂਪ ਵਿੱਚ ਲਿਖੀ ਹੋਈ ਸੀ ਕਿ ਰਾਸ਼ਟਰਪਤੀ ਪੰਜਾਬ ਵਿੱਚ ਚੱਲ ਰਹੇ ਮੌਜੂਦਾ ਅੰਦੋਲਨ ਬਾਰੇ ਕੋਈ ਵੀ ਅਜਿਹੀ ਗੱਲ ਲਿਖਣ, ਪ੍ਰਚਾਰਨ ਤੇ ਛਾਪਣ ਉੱਤੇ 2 ਮਹੀਨਿਆਂ ਲਈ ਪਾਬੰਦੀ ਲਾਉਣ ਦੀ ਖੁਸ਼ੀ ਹਾਸਲ ਕਰਦਾ ਹੈ, ਜਿਹੜੀ ਅਲੱਗ-ਅਲੱਗ ਭਾਈਚਾਰਿਆਂ ਵਿਚਕਾਰ ਬੇਇਤਫਾਕੀ, ਦੁਸ਼ਮਣੀ, ਬੇਵਿਸ਼ਵਾਸੀ ਤੇ ਨਫ਼ਰਤ ਪੈਦਾ ਕਰਦੀ ਹੋਵੇ ਜਾਂ ਜਿਸ ਤੋਂ ਅਮਨ ਕਾਨੂੰਨ ਨੂੰ ਖਤਰਾ ਖੜਾ ਹੁੰਦਾ ਹੋਵੇ। ਗਿਆਨੀ ਜੈਲ ਸਿੰਘ ਇੰਨਾ ਅਨਾੜੀ ਨਹੀਂ ਸੀ ਕਿ ਉਸ ਨੂੰ ਇਸ ਆਰਡੀਨੈਂਸ ਦੀ ਅਤੇ ਨਾਲ ਹੀ ਇਸ ਨੂੰ ਇੰਨੀ ਤੱਦੀ ਨਾਲ ਜਾਰੀ ਕਰਨ ਦੇ ਮਕਸਦ ਦੀ ਸਮਝ ਨਾ ਪਈ ਹੋਵੇ। ਨਾ ਹੀ ਇਹ ਗੱਲ ਮੰਨਣ ਵਿੱਚ ਆਉਂਦੀ ਹੈ ਕਿ 3 ਦਿਨ ਪਹਿਲਾਂ 30 ਮਈ ਦੀ ਰਾਤ ਦੇ ਘੁੱਪ ਹਨੇਰੇ ਵਿੱਚ ਮੇਠ ਤੋਂ ਭਾਰਤ ਦੀ ਪਿਆਦਾ ਫੌਜ ਦੀ ਬਿਹਤਰੀਨ ਡਿਵੀਜ਼ਨ ਦੇ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਵੱਲ ਰਵਾਨਾ ਹੋਣ ਦਾ ਤੱਥ ਗਿਆਨੀ ਜੀ ਦੇ ਧਿਆਨ ਵਿੱਚ ਹੀ ਨਾ ਆਇਆ ਹੋਵੇ। ਗਿਆਨੀ ਜੀ ਦੇ ਨਿੱਜੀ ਸਲਾਹਕਾਰ ਸਰਦਾਰ ਤਰਲੋਚਨ ਸਿੰਘ ਲਿਖਦੇ ਹਨ ਕਿ ਜਦੋਂ ਫੌਜ ਦੀ ਹਿਲਜੁਲ ਹੋਈ ਉਸ ਵਕਤ ਅੰਮ੍ਰਿਤਸਰ ਵਿੱਚ ਸਰਦਾਰ ਗੁਰਦੇਵ ਸਿੰਘ ਬਰਾੜ ਡਿਪਟੀ ਕਮਿਸ਼ਨਰ ਸਨ। ਉਹ ਮੈਨੂੰ ਟੈਲੀਫੋਨ ਤੇ ਦੱਸਦੇ ਰਹਿੰਦੇ ਸਨ ਕਿ ਪੁਲਿਸ ਤੇ ਫੌਜ ਕੀ ਕਰ ਰਹੀ ਹੈ, ਜਿਸ ਬਾਰੇ ਮੈਂ ਗਿਆਨੀ ਜੀ ਨੂੰ ਦੱਸ ਦਿੰਦਾ ਸੀ। 3 ਜੂਨ ਨੂੰ ਸਰਦਾਰ ਗੁਰਦੇਵ ਸਿੰਘ ਨੇ ਮੈਨੂੰ ਦੱਸਿਆ ਕਿ ਦਰਬਾਰ ਸਾਹਿਬ ਨੂੰ ਫੌਜ ਨੇ ਘੇਰ ਲਿਆ ਹੈ ਅਤੇ ਕਿਸੇ ਵਕਤ ਵੀ ਉਹ ਹਮਲਾ ਕਰ ਸਕਦੇ ਹਨ। ਉਸੇ ਸ਼ਾਮ ਟੀਵੀ ਤੇ ਰੇਡੀਓ ਤੇ ਇੰਦਰਾ ਗਾਂਧੀ ਜੀ ਨੇ ਸੰਦੇਸ਼ ਦਿੱਤਾ। ਗਿਆਨੀ ਜੀ ਨੇ ਟੀਵੀ ਤੇ ਰੇਡੀਓ ਰਾਹੀਂ ਇਹ ਗੱਲ ਸੁਣੀ ਅਤੇ ਉਹਨਾਂ ਨਾਲ ਸਰਕਾਰ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ। ਸੋ ਉਪਰੋਕਤ ਹਵਾਲੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਵੇਂ ਸਰਕਾਰ ਨੇ ਗਿਆਨੀ ਜੈਲ ਸਿੰਘ ਨੂੰ ਫੌਜੀ ਐਕਸ਼ਨ ਬਾਰੇ ਰਸਮੀ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ, ਫਿਰ ਵੀ ਉਹ ਘਟਨਾਵਾਂ ਬਾਰੇ ਹਨੇਰੇ ਵਿੱਚ ਨਹੀਂ ਸੀ ਬੈਠਾ ਹੋਇਆ। ਸੱਚ ਇਹ ਸੀ ਕਿ ਉਹ ਜੇਕਰ ਸਾਰਾ ਕੁਝ ਨਹੀਂ ਤਾਂ ਬਹੁਤ ਕੁਝ ਜਾਣਦਾ ਹੋਇਆ ਵੀ ਬੁੱਤ ਬਣ ਕੇ ਬੈਠਾ ਰਿਹਾ ਸੀ। ਸਿੱਖ ਸੰਗਤਾਂ ਨੂੰ ਅਸਲੀ ਗੁੱਸਾ ਉਸ ਦੀ ਇਸ ਅਕਾਵੀ ਨਿਪੁੰਸਕਤਾ ਉੱਤੇ ਸੀ। ਇਸੇ ਤਰ੍ਹਾਂ ਗਿਆਨੀ ਜੈਲ ਸਿੰਘ ਉੱਤੇ ਪਰਿਕਰਮਾ ਵਿੱਚ ਜੁੱਤੀ ਸਮੇਤ ਦਾਖਲ ਹੋਣ ਅਤੇ ਸਿਰ ਉੱਤੇ ਛਤਰ ਤਾਣਨ ਦੇ ਲਾਏ ਗਏ ਦੋਸ਼ ਤਕਨੀਕੀ ਪੱਖ ਤੋਂ ਭਲੇ ਹੀ ਠੀਕ ਸਾਬਤ ਨਹੀਂ ਹੋਏ ਸਨ ਅਤੇ ਇਸ ਆਧਾਰ ਤੇ ਸਿੰਘ ਸਾਹਿਬਾਨ ਹੋਰਾਂ ਉਸ ਨੂੰ ਭਲੇ ਹੀ ਦੋਸ਼ ਮੁਕਤ ਕਰਾਰ ਦੇ ਦਿੱਤਾ ਸੀ। ਪਰ ਇਸ ਤਕਨੀਕੀ ਆਧਾਰ ਤੇ ਹੀ ਉਹ ਸਿੱਖ ਸੰਗਤਾਂ ਦੀਆਂ ਨਜ਼ਰਾਂ ਵਿੱਚ ਨਿਰਦੋਸ਼ ਸਾਬਤ ਨਹੀਂ ਹੋ ਗਿਆ ਸੀ, ਕਿਉਂਕਿ ਸਿੱਖ ਸੰਗਤਾਂ ਦੇ ਉਸ ਉੱਤੇ ਖਫਾ ਹੋਣ ਦੀ ਇਸ ਨਾਲੋਂ ਵੱਖਰੀ ਤੇ ਵੱਡੀ ਇੱਕ ਵਜ੍ਹਾ ਹੋਰ ਵੀ ਸੀ। 8 ਜੂਨ ਦੀ ਸਵੇਰ ਨੂੰ ਜਦ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬਹੁੜਿਆ ਤਾਂ ਉਹ ਪਰਿਕਰਮਾ ਵਿੱਚ ਭਲੇ ਹੀ ਸਿੱਖ ਮਰਿਆਦਾ ਮੁਤਾਬਕ ਨੰਗੇ ਪੈਰੀ ਦਾਖਲ ਹੋਇਆ ਸੀ, ਪਰ ਘਿਨਾਉਣਾ ਸੱਚ ਇਹ ਸੀ ਕਿ ਉਸ ਵੇਲੇ ਪਰਿਕਰਮਾ ਅਜ ਲਹੂ ਨਾਲ ਗੁੜਚ ਹੋਈ ਪਈ ਸੀ ਅਤੇ ਪਵਿੱਤਰ ਸਰੋਵਰ ਦੇ ਲਾਲੀਮਾਰ ਦੇ ਪਾਣੀ ਵਿੱਚ 3 ਮਨੁੱਖੀ ਲਾਸ਼ਾਂ ਅਜੇ ਵੀ ਤੈਰ ਰਹੀਆਂ ਸਨ ਅਤੇ ਬਕੌਲ ਸਰਦਾਰ ਖੁਸ਼ਵੰਤ ਸਿੰਘ ਉਸ ਤਰਾਸਦੀ ਭਰੇ ਮਾਹੌਲ ਵਿੱਚ ਗਿਆਨੀ ਜੈਲ ਸਿੰਘ ਇਸ ਮਰਘਟ ਵਿੱਚ ਆਪਣੀ ਸਫੇਦ ਸ਼ੇਰਵਾਨੀ ਤੇ ਚੂੜੀਦਾਰ ਪਜਾਮਾ ਪਹਿਨੀ ਤੇ ਕਾਜ ਵਿੱਚ ਗੁਲਾਬ ਦਾ ਫੁੱਲ ਅੜੂੰਗੀ ਲਿਸ਼ਕਿਆ ਪੁਸ਼ਕਿਆ ਬੁੱਢੇ ਲਾੜੇ ਵਾਂਗ ਦਾਖਲ ਹੋਇਆ ਸੀ। ਇਹ ਸੱਚ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਰਬਾਦੀ ਦਾ ਘਿਨਾਉਣਾ ਦ੍ਰਿਸ਼ ਦੇਖ ਕਿ ਗਿਆਨੀ ਜੈਲ ਸਿੰਘ ਬੇਹੱਦ ਉਦਾਸ ਹੋ ਗਿਆ ਸੀ। ਉਹ ਆਪਣਾ ਰੋਣਾ ਮੁਸ਼ਕਿਲ ਨਾਲ ਹੀ ਢੱਕ ਸਕਿਆ ਸੀ।
ਜੇਕਰ ਉਹ ਕੋਈ ਆਮ ਸਿੱਖ ਹੁੰਦਾ ਤਾਂ ਉਸ ਦੀ ਉਦਾਸ ਸੂਰਤ ਵੇਖ ਕੇ ਸਿੱਖਾਂ ਦੇ ਮਨਾਂ ਅੰਦਰ ਉਸ ਪ੍ਰਤੀ ਹਮਦਰਦੀ ਦਾ ਭਾਵ ਜਾਗ ਪੈਣਾ ਸੀ। ਪਰ ਉਸ ਦੇ ਅਹੁਦੇ ਤੇ ਉਸ ਦੇ ਸਮੁੱਚੇ ਅਗਲੇ ਪਿਛਲੇ ਕਰਮਾਂ ਵੱਲ ਵੇਖਦੇ ਹੋਏ ਸਿੱਖਾਂ ਦੇ ਮਨਾਂ ਅੰਦਰ ਉਸ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੋਣ ਦੀ ਬਜਾਏ ਉਸ ਪ੍ਰਤੀ ਤਿੱਖੀ ਘਿਰਣਾ ਤੇ ਗੁੱਸੇ ਦਾ ਭਾਵ ਪੈਦਾ ਹੋ ਤੁਰਿਆ ਸੀ। ਉਸ ਦੀ ਸੱਚੀ ਮੁੱਚੀ ਦੀ ਉਦਾਸੀ ਨੂੰ ਵੀ ਸਿੱਖਾਂ ਨੇ ਪਾਖੰਡ ਕਰਕੇ ਜਾਣਿਆ ਸੀ। ਇਸ ਵਿੱਚ ਕੋਈ ਅਤਕਥਨੀ ਨਹੀਂ ਹੈ ਕਿ ਨਵੀਂ ਦਿੱਲੀ ਵਾਪਸੀ ਤੇ ਜੈਲ ਸਿੰਘ ਨੇ ਆਪਣੇ ਆਪ ਨੂੰ ਇੱਕ ਕਮਰੇ 'ਚ ਬੰਦ ਕਰ ਲਿਆ ਸੀ ਅਤੇ ਸਭ ਪਬਲਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਪ੍ਰੋਗਰਾਮ ਮਨਸੂਖ ਕਰ ਦਿੱਤੇ ਸਨ। ਇੰਦਰਾ ਗਾਂਧੀ ਦੇ ਜ਼ੋਰ ਦੇਣ 'ਤੇ ਵੀ ਉਹ ਅਗਲੇ ਦਿਨ ਨੈਸ਼ਨਲ ਫਿਲਮ ਅਵਾਰਡਜ਼ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਨਹੀਂ ਸੀ ਹੋਇਆ। ਬਿਨਾਂ ਸ਼ੱਕ ਉਸ ਲਈ ਇਹ ਬਹੁਤ ਹੀ ਵੱਡੇ ਸੰਕਟ ਤੇ ਦੁਵਿਧਾ ਦੀ ਘੜੀ ਸੀ। ਸਿੱਖ ਕੌਮ ਅੰਦਰਲੇ ਮੁੱਠੀ ਭਰ ਰਾਜ ਭਗਤ ਤੱਤਾਂ ਨੂੰ ਛੱਡ ਕੇ ਲਗਭਗ ਸਮੂਹ ਸਿੱਖ ਜਗਤ ਸਿੱਖ ਰਾਸ਼ਟਰਪਤੀ ਕੋਲੋਂ ਦਰਬਾਰ ਸਾਹਿਬ ਉੱਤੇ ਹਮਲੇ ਵਿਰੁੱਧ ਰੋਸ ਜਤਾਉਣ ਲਈ ਕੋਈ ਉਗਰ ਕਦਮ ਉਠਾਏ ਜਾਣ ਦੀ ਕਾਮਨਾ ਅਤੇ ਮੰਗ ਕਰ ਰਿਹਾ ਸੀ। ਦੇਸ਼ ਵਿਦੇਸ਼ ਵਿੱਚੋਂ ਸਿੱਖਾਂ ਵੱਲੋਂ ਸੈਂਕੜੇ ਚਿੱਠੀਆਂ ਤੇ ਤਾਰਾਂ ਰਾਸ਼ਟਰਪਤੀ ਭਵਨ ਪਹੁੰਚ ਰਹੀਆਂ ਸਨ, ਜਿਨ੍ਹਾਂ ਵਿੱਚ ਗਿਆਨੀ ਜੀ ਨੂੰ ਫੌਰੀ ਅਸਤੀਫਾ ਦੇਣ ਦੀ ਸਿਫਾਰਿਸ਼ ਕੀਤੀ ਗਈ। ਦੂਜੇ ਪਾਸੇ ਦੇਸ਼ ਦੀ ਹਿੰਦੂ ਜਨਤਾ ਉਸ ਦੀ ਇਸ ਉਦਾਸੀ ਤੇ ਚੁੱਪ ਨੂੰ ਗਹਿਰੇ ਸ਼ੱਕ ਤੇ ਤਿਰਸਕਾਰ ਦੀ ਨਜ਼ਰ ਨਾਲ ਵੇਖ ਰਹੀ ਸੀ। ਲੋਕ ਦਲ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅੰਦਰ ਰਾਸ਼ਟਰਪਤੀ ਵੱਲੋਂ ਸਾਰੇ ਮਸਲੇ ਬਾਰੇ ਕੋਈ ਨਿੱਤਰਵਾਂ ਬਿਆਨ ਨਾ ਦੇਣ ਅਤੇ ਫੌਜ ਦੀ ਸ਼ਲਾਘਾ ਵਿੱਚ ਇੱਕ ਵੀ ਸ਼ਬਦ ਨਾ ਉਚਰਨ ਉੱਤੇ ਭਾਰੀ ਔਖ ਤੇ ਨਾਰਾਜ਼ਗੀ ਜਤਾਈ ਗਈ ਸੀ। ਇੱਕ RSS ਦੇ ਪੈਰੋਕਾਰ ਪੱਤਰਕਾਰ ਲੇਖਕ ਨੇ ਦੇਸ਼ ਦੀ ਹਿੰਦੂ ਜਨਤਾ ਦੀ ਤਤਕਾਲੀ ਮਾਨਸਿਕਤਾ ਦਾ ਚਿੱਤਰਨ ਇਸ ਤਰ੍ਹਾਂ ਕੀਤਾ ਹੈ। ਗੋਲਡਨ ਟੈਂਪਲ ਤੋਂ ਵਾਪਸ ਆਉਣ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਚੁੱਪ ਵੱਟ ਲੈਣ ਤੇ ਸਾਰਾ ਦੇਸ਼ ਠੰਬਰ ਜਿਹਾ ਗਿਆ ਸੀ। ਹਰ ਕੋਈ ਉਸ ਦੇ ਮੂੰਹੋਂ ਸੱਚ ਸੁਣਨ ਲਈ ਉਤਸੁਕ ਸਨ, ਪਰ ਉਹ ਪੂਰੀ ਤਰ੍ਹਾਂ ਖਾਮੋਸ਼ ਸੀ। ਇਸ ਦੌਰਾਨ ਕਈ ਸਾਰੀਆਂ ਅਫਵਾਹਾਂ ਉੱਡ ਰਹੀਆਂ ਸਨ, ਜਿਵੇਂ ਕਿ ਰਾਸ਼ਟਰਪਤੀ ਨੇ ਅੱਜ ਨਹੀਂ ਤਾਂ ਭਲਕੇ ਅਸਤੀਫਾ ਦੇ ਦੇਣਾ ਹੈ ਅਤੇ ਫੌਜ ਵਿੱਚੋਂ ਸਾਰੇ ਸਿੱਖ ਬਗਾਵਤ ਕਰ ਦੇਣਗੇ। ਇਸ ਤਰ੍ਹਾਂ ਜਾਪਣ ਲੱਗ ਪਿਆ ਸੀ ਜਿਵੇਂ ਕੌਮ ਦੀ ਨਬਜ਼ ਖੜੋ ਗਈ ਹੋਵੇ। ਕਾਂਗਰਸੀ ਲੀਡਰ ਜਿਹੜੇ ਆਪਰੇਸ਼ਨ ਬਲੂ ਸਟਾਰ ਦੇ ਫਾਇਦਿਆਂ ਨੂੰ ਚੋਣਾਂ ਦੀ ਦ੍ਰਿਸ਼ਟੀ ਤੋਂ ਵੇਖ ਰਹੇ ਸਨ, ਇਸ ਘਟਨਾਕ੍ਰਮ ਨਾਲ ਉਹ ਸੋਚਾਂ ਵਿੱਚ ਡੁੱਬ ਗਏ ਸਨ ਕਿ ਇਹ ਨਾ ਹੋਵੇ ਕਿ ਸਾਰੀ ਗੱਲ ਪੁੱਠੀ ਹੀ ਪੈ ਜਾਵੇ। ਸਾਰਾ ਦੇਸ਼ ਸਾਹ ਰੋਕੀ ਖੜਾ ਸੀ ਅਤੇ ਰਾਸ਼ਟਰਪਤੀ ਵੱਲੋਂ ਆਪਣੀ ਚੁੱਪ ਤੋੜਨ ਦੀ ਉਡੀਕ ਕਰ ਰਿਹਾ ਸੀ। ਦੇਸ਼ ਦੇ ਕਿਵੇਂ ਨਾ ਕਿਵੇਂ ਐਮਰਜੈਂਸੀ ਦੀ ਦੁਰਘਟਨਾ ਨੂੰ ਤਾਂ ਸਹਾਰ ਲਿਆ ਸੀ, ਪਰ ਜੂਨ 1984 ਵਿੱਚ ਜੇਕਰ ਰਾਸ਼ਟਰਪਤੀ ਇੱਕ ਵਾਰ ਵੀ ਇੰਨੀ ਗੱਲ ਕਹਿ ਦਿੰਦਾ ਕਿ ਉਹ ਅੰਮ੍ਰਿਤਸਰ ਵਿੱਚ ਕੀਤੀ ਗਈ ਫੌਜੀ ਕਾਰਵਾਈ ਨੂੰ ਠੀਕ ਨਹੀਂ ਮੰਨਦਾ, ਤਾਂ ਦੇਸ਼ ਕੋਲ ਉਹ ਸੰਕਟ ਸਹਾਰਿਆ ਨਹੀਂ ਜਾਣਾ ਸੀ। ਰਾਸ਼ਟਰਪਤੀ ਨੂੰ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੇ ਹੀ ਮਨ ਦੇ ਨਾਲ ਜੂਝਣਾ ਪੈ ਰਿਹਾ ਸੀ। ਉਸ ਦੇ ਅੰਦਰ ਆਪਣੇ ਧਰਮ ਪ੍ਰਤੀ ਸ਼ਰਧਾ ਤੇ ਰਾਸ਼ਟਰਪਤੀ ਦੇ ਫਰਜ਼ਾਂ ਵਿਚਕਾਰ ਯੁੱਧ ਚੱਲ ਰਿਹਾ ਸੀ ਅਤੇ ਅਖੀਰ ਦੇ ਵਿੱਚ ਜਦੋਂ ਫੈਸਲੇ ਦੀ ਘੜੀ ਆਈ ਤਾਂ ਰਾਸ਼ਟਰਪਤੀ ਨੇ ਠੀਕ ਨਿਰਣਾ ਕਰ ਲਿਆ ਸੀ। ਫਰਜ਼ ਭਾਵਨਾਵਾਂ ਉੱਤੇ ਜੇਤੂ ਹੋ ਗਿਆ ਸੀ। ਰਾਸ਼ਟਰਪਤੀ ਨੂੰ ਆਪਣੀ ਮਾਨਸਿਕ ਖਿੱਚੋਤਾਣ ਵਿੱਚੋਂ ਨਿਕਲਣ ਲਈ ਹਫ਼ਤੇ ਦੇ ਕਰੀਬ ਸਮਾਂ ਲੱਗ ਗਿਆ ਸੀ। ਅੰਤ ਵਿੱਚ ਉਸ ਨੇ ਇੱਕ ਤੁੱਛ ਸਿਆਸਤਦਾਨ ਦੀ ਬਜਾਏ ਇੱਕ ਇਤਿਹਾਸਿਕ ਨੀਤੀਵਾਨ ਵਾਲਾ ਕਰਮ ਨਿਭਾਇਆ। ਗਿਆਨੀ ਜੈਲ ਸਿੰਘ ਨੂੰ ਗ੍ਰਹਿ ਮੰਤਰੀ ਦੀ ਪਦਵੀ ਤੋਂ ਉੱਚਾ ਚੁੱਕ ਕੇ ਰਾਸ਼ਟਰਪਤੀ ਦੇ ਆਸਣ 'ਤੇ ਬਿਠਾਉਣ ਲਈ ਪ੍ਰਧਾਨ ਮੰਤਰੀ ਨੇ ਜਿਸ ਢੰਗ ਨਾਲ ਆਪਣੀ ਪੂਰੀ ਵਾਹ ਲਾ ਦਿੱਤੀ ਸੀ, ਉਸ ਤੋਂ ਜਾਪਦਾ ਹੈ ਕਿ ਉਸ ਨੂੰ ਆਪਣੀ ਅੰਤਰ ਦ੍ਰਿਸ਼ਟੀ ਦੀ ਬਦੌਲਤ ਪੰਜਾਬ ਵਿੱਚ ਪੈਦਾ ਹੋਣ ਵਾਲੇ ਸੰਕਟ ਦਾ ਬੋਧ ਉਦੋਂ ਹੀ ਹੋ ਗਿਆ ਸੀ। ਦੇਸ਼ ਦੇ ਸਭ ਨਾਲੋਂ ਉੱਚੇ ਅਹੁਦੇ 'ਤੇ ਇੱਕ ਸਿੱਖ ਦੀ ਮੌਜੂਦਗੀ ਦਾ ਫਲ 17 ਜੂਨ ਨੂੰ ਉਸ ਵੇਲੇ ਪ੍ਰਾਪਤ ਹੋਇਆ ਜਦੋਂ ਰਾਸ਼ਟਰਪਤੀ ਨੇ ਆਪਣੀ ਚੁੱਪ ਤੋੜੀ ਅਤੇ ਉਹ ਦੇਸ਼ ਦੇ ਪ੍ਰਥਮ ਨਾਗਰਿਕ ਦੀ ਹੈਸੀਅਤ ਵਿੱਚ ਕੌਮ ਨੂੰ ਟੀਵੀ ਤੋਂ ਮੁਖਾਤਿਬ ਹੋਇਆ। ਉਸ ਰਾਤ ਰਾਸ਼ਟਰਪਤੀ ਨੇ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦਾ ਹਵਾਲਾ ਦਿੱਤਾ। ਭਾਰਤੀ ਫੌਜ ਦੇ ਸੁਪਰੀਮ ਕਮਾਂਡਰ ਨੇ ਲੋਕਾਂ ਨੂੰ ਦੱਸਿਆ ਕਿ ਸਾਡੀ ਫੌਜ ਨੇ ਇਸੇ ਪਰੰਪਰਾ ਉੱਤੇ ਚੱਲਦੇ ਹੋਏ ਹਰਿਮੰਦਰ ਸਾਹਿਬ ਵੱਲ ਇੱਕ ਵੀ ਗੋਲੀ ਚਲਾਏ ਬਿਨਾਂ ਆਪਣੀਆਂ ਜਾਨਾਂ ਵੀ ਨਿਸ਼ਾਵਰ ਕਰ ਦਿੱਤੀਆਂ। ਹਾਲਾਂਕਿ ਉਹਨਾਂ ਉੱਤੇ ਉਸ ਪਾਸਿਓਂ ਮਸ਼ੀਨ ਗਨ ਦੀਆਂ ਗੋਲੀਆਂ ਦਾ ਮੀਂਹ ਵਰ ਰਿਹਾ ਸੀ। ਉਸ ਦੇ ਲਫ਼ਜ਼ਾਂ ਨੇ ਜ਼ਖਮੀ ਹੋਏ ਹਿਰਦਿਆਂ ਤੇ ਮੱਲਮ ਦਾ ਕੰਮ ਕੀਤਾ। ਨਵ ਭਾਰਤ ਟਾਈਮਜ਼ ਦੇ ਸੰਪਾਦਕ ਰਾਜੇਂਦਰ ਮਾਥੁਰ ਨੇ
ਲਿਖਿਆ ਕਿ ਜੇਕਰ ਪਾਗਲਪਨ ਦਾ ਸ਼ਿਕਾਰ ਹੋਏ ਸਿੱਖ ਅੱਤਵਾਦੀ ਭਾਰਤੀ ਲੋਕਤੰਤਰ ਲਈ ਜ਼ਹਿਰ ਬਣੇ ਹੋਏ ਸਨ ਤਾਂ ਗਿਆਨੀ ਜੈਲ ਸਿੰਘ ਦਾ ਠਰਮਾ ਤੇ ਸੰਜਮ ਉਸ ਅੰਮ੍ਰਿਤ ਵਰਗਾ ਸੀ ਜਿਹੜਾ ਕਿ ਭਾਰਤ ਅੰਦਰ ਕਮਜ਼ੋਰ ਹੋਣ ਦੇ ਬਾਵਜੂਦ ਅਜੇ ਵੀ ਬਚਿਆ ਹੋਇਆ ਸੀ। ਇਸ ਮਹੀਨੇ ਸਾਨੂੰ ਅੰਮ੍ਰਿਤਸਰ ਨਾਲੋਂ ਵੀ ਵੱਡਾ ਅੰਮ੍ਰਿਤ ਦਾ ਸੋਮਾ ਲੱਭ ਗਿਆ ਅਤੇ ਗਿਆਨੀ ਜੈਲ ਸਿੰਘ ਦੀ ਜੈ ਜੈਕਾਰ ਕਰਕੇ ਅਸੀਂ ਅਸਲ ਵਿੱਚ ਆਪਣੇ ਅੰਦਰ ਵਸੇ ਅੰਮ੍ਰਿਤਸਰ ਦੀ ਵਾਹ ਵਾਹ ਕਰ ਰਹੇ ਹਾਂ। ਮੌਤ ਦੀ ਸਿਆਹ ਰਾਤ ਤੋਂ ਬਾਅਦ ਇਸ ਫੁਟਾਲੇ ਦੀ ਪਹਿਲੀ ਕਿਰਨ ਸੀ, ਪਰ ਸਵੇਰ ਅਜੇ ਵੀ ਦੂਰ ਸੀ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।